किसान कहते हैं साडे वास्ते लाहेबंद नहीं है, साडे वास्ते गले की हड्डी आ, साडे वास्ते जहर है। तो फिर किसान कितना एक्सेप्ट करनगे, पिंडां च किदां जाओगे लैके? मैं पूछूंगा भी तुसीं दसो ना विरुद्ध कादे वास्ते हैं? ਇਹ 'ਚ ਕਿਹੜੀ ਚੀਜ਼ ਤੁਹਾਡੇ ਤੇ ਖੋਈ ਗਈ ਹੈ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਤੁਹਾਡੇ ਤੇ ਮੰਡੀਕਰਨ ਖੋਇਆ ਗਿਆ, ਤੁਹਾਡੇ ਤੇ ਐਮਐਸਪੀ ਖੋਈ ਗਈ, ਤੁਹਾਡੇ ਤੇ ਸਰਕਾਰੀ ਖਰੀਦ ਖੋਈ ਗਈ। ਤੁਹਾਨੂੰ ਤਾਂ ਇੱਕ ਵਿਕਲਪ ਦਿੱਤਾ ਹੈ। कह रहे हो कि ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਸਮੁੱਚੀਆਂ ਸਿਆਸੀ ਪਾਰਟੀਆਂ ਪਿੰਡਾਂ ਦੇ ਵਿੱਚ ਰੈਲੀਆਂ ਕਰ ਰਹੀਆਂ, ਪਿੰਡਾਂ ਦੇ ਵਿੱਚ ਲੋਕਾਂ ਨਾਲ ਤਾਲਮੇਲ ਕਰ ਰਿਹਾ, ਪਰ ਬੀਜੇਪੀ ਕਿਤੇ ਪਿੰਡਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ, ਆਪਣੇ ਦਫ਼ਤਰਾਂ ਦੇ ਵਿੱਚ ਹੀ ਮੀਟਿੰਗਾਂ ਕਰ ਰਹੀ ਹੈ। ਨਹੀਂ, ਅਸੀਂ ਹੱਕਾਂ ਵਿੱਚ ਖਲੋਤੇ ਹਾਂ। ਅਸੀਂ ਤਾਂ ਕਿਸਾਨਾਂ ਦੀ ਆਏ ਦੋ ਗੁਣਾ ਕਰ ਰਹੇ ਹਾਂ। ਕਿਸਾਨ ਕਹਿੰਦੇ ਸਾਡੇ ਹੱਕ ਮਾਰ ਰਹੇ ਆ। ਅਸੀਂ ਉਹਨਾਂ ਦੇ ਖਾਤੇ 'ਚ 2-2000 ਰੁਪਏ ਪਾਇਆ। ਜੇ ਕਮਿਊਨਿਸਟ ਜਾਂ ਕਾਂਗਰਸੀ ਝੰਡੇ ਹੇਠ, ਕਿਸਾਨੀ ਝੰਡੇ ਹੇਠ ਗੁੰਡਾਗਰਦੀ ਕਰੋਗੇ ਤਾਂ ਕਿ ਅਸੀਂ ਸਹਿ ਲਾਂਗੇ? ਕਿਆ ਨਾਰੰਗ ਦੇ ਕੱਪੜੇ ਪਾੜਨਾ ਉਹ ਸਹੀ ਹੈ? ਉਹ ਤੁਸੀਂ ਸਹੀ ਕਹਿੰਦੇ ਹੋ? ਇਸੀ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਅੱਜ ਖੜਾ ਹੋ ਕੇ ਕਹਿੰਦਾ ਅਸੀਂ 3 ਰੁਪਏ 4 ਰੁਪਏ ਬਿਜਲੀ ਦੇ ਦਾਂਗੇ। ਤੂੰ ਅੱਜ ਤੇਰੀ ਸਰਕਾਰ ਹੈ, ਦੇ ਤੇਰੇ 5 ਮਹੀਨੇ ਪਏ ਆ। ਉਹਨੇ ਮਾਂ ਦੀ ਕਸਮ ਖਾਈ, ਉਹਨੇ ਪਤਾ ਨਹੀਂ ਕਿੰਨੀ ਮਾਂ ਬਦਲਣੀਆਂ ਹੁਣ ਤੱਕ। 500 ਤੋਂ ਵੱਧ ਕਿਸਾਨ ਮਰੇ ਨੇ, ਮੌਤਾਂ ਹੋਈਆਂ ਦਿੱਲੀ ਦੇ ਵਿੱਚ। ਕੀ ਉਹ ਪੰਜਾਬ ਦਾ ਮਾਹੌਲ ਖਰਾਬ ਨਹੀਂ? ਉਹ ਮਾਵਾਂ ਦੇ ਪੁੱਤ ਨਹੀਂ ਸੀ ਜਿਹੜੇ ਮਰ ਗਏ ਉੱਥੇ? ਮੈਨੂੰ ਦੱਸੋ ਵੀ ਕਿਹੜੇ ਕਿਸਾਨ ਗਏ ਹੋਏ ਨੇ? ਤੁਸੀਂ ਮੈਨੂੰ ਦੱਸੋ ਨਾ। ਜੇ ਕਮਿਊਨਿਸਟ ਤੇ ਕਾਂਗਰਸੀ ਉੱਥੇ ਜਾ ਕੇ ਬੈਠ ਜੂਗੇ ਤਾਂ ਅਸੀਂ ਉਹਨਾਂ ਦੇ ਡਰਨ ਲੱਗੇ ਆ। ਕਿਸਾਨ ਜਿਹੜੇ ਦਿੱਲੀ 'ਚ ਬੈਠੇ, ਉਹ ਸਾਰਾ ਕਾਮਰੇਡ ਥੋੜੀ ਬੈਠਾ, ਉਹਦੇ ਵਿੱਚ ਕਿਸਾਨ ਵੀ ਬੈਠੇ ਆ। ਜ਼ਰੂਰ ਮੰਨਦੇ ਆ ਕਿ ਕੁਝ ਆਗੂ ਬੈਠੇ ਹੋਣਗੇ, ਪਰ ਲੱਖਾਂ ਕਿਸਾਨ, ਸਾਰਾ ਪੰਜਾਬ ਕਾਮਰੇਡ ਥੋੜੀ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਨੂੰਨ ਜਿਹੜੇ ਘਾਤਕ ਹੈਗੇ ਤੁਹਾਡੇ ਵਾਸਤੇ? ਨਹੀਂ ਲੱਗਦਾ, ਬਿਲਕੁਲ ਨਹੀਂ ਲੱਗਦਾ। ਜਿਸ ਤਰ੍ਹਾਂ 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਸਰਗਰਮ ਨੇ, ਤਾਂ ਉਸੇ ਤਰ੍ਹਾਂ ਹੀ ਬੀਜੇਪੀ ਵੱਲੋਂ ਵੀ ਲਗਾਤਾਰ ਮੀਟਿੰਗਾਂ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ। ਅੱਜ ਬੀਜੇਪੀ ਯੂਥ ਆਗੂ ਜਾਣੀ ਕਿ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ। ਬਾਨੂ ਪ੍ਰਤਾਪ ਜੀ, ਬਾਨੂ ਪ੍ਰਤਾਪ ਜੀ, ਸਵਾਗਤ ਹੈ ਸਕਾਈ ਨਿਊਜ਼ ਪੰਜਾਬ 'ਚ ਤੁਹਾਡਾ। ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਦੱਸਣਾ ਵੀ ਚਾਹਾਂਗਾ ਵੀ ਅੱਜ ਭਾਰਤੀ ਜਨਤਾ ਯੁਵਾ ਮੋਰਚਾ ਪ੍ਰਦੇਸ਼ ਦੀ ਕਾਰਜ ਸਮਿਤੀ ਅਸੀਂ ਅੰਮ੍ਰਿਤਸਰ ਵਿੱਚ ਰੱਖੀ ਗਈ, ਜਿਹਦੇ ਵਿੱਚ ਸਾਡੇ 33 ਜਿਹੜੇ ਸੰਗਠਨ ਦੇ ਜ਼ਿਲ੍ਹੇ ਨੇ ਤੇ ਉਹਨਾਂ ਦੇ ਮਹਾਮੰਤਰੀ ਤੇ ਪ੍ਰਦੇਸ਼ ਦੀ ਟੋਲੀ ਦੀ ਉਰੇ ਬੈਠਕ ਰੱਖੀ ਗਈ ਹੈ ਤੇ ਉਹ ਬੜੀ ਸਫਲ ਤੇ ਬਹੁਤ ਵਧੀਆ ਤਰੀਕੇ ਨਾਲ ਕਾਰਜ ਕਰਨੀ ਸਾਡੀ ਹੋਈ ਹੈ। ਜੀ, ਤੁਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਰੱਖੀ ਗਈ ਆ, ਪਰ ਕਿਸਾਨ ਕਹਿੰਦੇ ਆ ਜੇ ਪਿੰਡਾਂ 'ਚ ਵੜਨਗੇ ਅਸੀਂ ਵਿਰੋਧ ਕਰਾਂਗੇ। ਪਿੰਡਾਂ 'ਚ ਵੜ ਕੇ ਤਾਂ ਦਿਖਾਉਣ, ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਹਾਡਾ ਵਿਰੋਧ ਹੋ ਰਿਹਾ। ਦੇਖੋ, ਉਹਨਾਂ ਦਾ ਹੱਕ ਹੈ ਵਿਰੋਧ ਕਰਨਾ, ਉਹਨਾਂ ਦਾ ਹੱਕ ਹੈ ਵਿਰੋਧ ਕਰਨਾ। ਅਸੀਂ ਤਾਂ ਕਹਾਂਗੇ ਸਾਡਾ ਕੰਮ ਹੈ ਸਾਡੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ, ਤਾਂ ਇਹ 'ਚ ਉਹਨਾਂ ਨੂੰ ਕਾਨੂੰਨੀ ਅਧਿਕਾਰ ਹੈ, ਕਾਨੂੰਨੀ ਅਧਿਕਾਰ ਹੈ ਸ਼ਾਂਤੀਮਈ ਢੰਗ ਦੇ ਨਾਲ ਵਿਰੋਧ ਕਰਨੇ ਦਾ। ਇਸ 'ਚ ਤਾਂ ਮੈਂ ਮਨਾ ਹੀ ਨਹੀਂ ਕਰਦਾ। ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਅਧਿਕਾਰ ਹੈ। ਸਾਨੂੰ ਆਪਣੀ ਪਾਰਟੀ ਦੀ ਗੱਲ ਰੱਖਣੇ ਦਾ ਅਧਿਕਾਰ ਹੈ, ਅਸੀਂ ਪਾਰਟੀ ਦੀ ਗੱਲ ਰੱਖਾਂਗੇ। ਤੁਸੀਂ ਆਪਣੀ ਪਾਰਟੀ ਦੀਆਂ ਕੀ ਨੀਤੀਆਂ ਲੋਕਾਂ ਦੇ ਸਾਹਮਣੇ ਲਿਆਓ? ਖੇਤੀ ਕਾਨੂੰਨ ਲਿਆ ਰਹੇ ਹੋ ਜਿਹੜੇ ਕਿਸਾਨਾਂ ਦੇ ਵਾਸਤੇ ਕਹਿੰਦੇ ਕਿਸਾਨ ਸਾਡੇ ਵਾਸਤੇ ਘਾਤਕ ਨੇ, ਇਹ ਨੀਤੀਆਂ ਸਾਹਮਣੇ ਲੈ ਕੇ ਆਏ ਪਾਰਟੀ ਦੀਆਂ? ਨਹੀਂ, ਮੈਂ ਤਾਂ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਹੋ, ਅਸੀਂ ਉਹੀ ਖੇਤੀ ਕਾਨੂੰਨ ਲੈ ਕੇ ਆਵਾਂਗੇ ਵੀ ਇਹ ਕਾਨੂੰਨ ਠੀਕ ਹੈ, ਅਸੀਂ ਰੱਖਾਂਗੇ। ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ, ਅੱਜ ਵੀ ਕਹਿ ਰਹੇ ਨੇ ਵੀ ਇਹ ਖੇਤੀ ਕਾਨੂੰਨ ਠੀਕ ਹੈ। ਇਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਅਸੀਂ ਪਿੰਡ-ਪਿੰਡ ਜਾਵਾਂਗੇ। ਕਿਸਾਨ ਕਹਿੰਦੇ ਆ ਸਾਡੇ ਵਾਸਤੇ ਲਾਹੇਬੰਦ ਨਹੀਂ ਹੈ, ਸਾਡੇ ਵਾਸਤੇ ਗਲੇ ਦੀ ਹੱਡੀ ਆ, ਸਾਡੇ ਵਾਸਤੇ ਜ਼ਹਿਰ ਹੈ। ਤਾਂ ਫਿਰ ਕਿਸਾਨ ਕਿੱਦਾਂ ਐਕਸੈਪਟ ਕਰਨਗੇ, ਪਿੰਡਾਂ 'ਚ ਕਿੱਦਾਂ ਜਾਓਗੇ ਲੈ ਕੇ? ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ, ਤੁਸੀਂ ਕਿਸੇ ਨੂੰ ਪੁੱਛੋ, ਮੈਂ ਜ਼ਿਲ੍ਹਾ ਮੋਹਾਲੀ ਤੋਂ ਆਉਂਦਾ ਹਾਂ ਤੇ ਮੈਂ ਖੁਦ ਇੱਕ ਕਿਸਾਨ ਹਾਂ। ਮੇਰੇ ਸ਼ਹਿਰ ਦੇ ਵਿੱਚ ਬਹੁਤ ਕਿਸਾਨ ਆ। ਮੈਨੂੰ ਨਹੀਂ ਲੱਗਦਾ ਵੀ ਉੱਥੇ ਇੱਕ ਵੀ ਕਿਸਾਨ ਇਹ ਗੱਲ ਕਹਿੰਦਾ ਹੈ ਵੀ ਉਰੇ ਬੜੇ ਇਹ ਸਾਡੇ ਖਿਲਾਫ ਨੇ, ਇਹ ਸਾਡੇ ਵਿਰੁੱਧ ਨੇ। ਮੈਂ ਪੁੱਛੂੰਗਾ ਵੀ ਤੁਸੀਂ ਦੱਸੋ ਨਾ ਵਿਰੁੱਧ ਕਾਦੇ ਵਾਸਤੇ ਹੈ? ਇਹ 'ਚ ਕਿਹੜੀ ਚੀਜ਼ ਤੁਹਾਡੇ ਤੇ ਖੋਈ ਗਈ ਹੈ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਤੁਹਾਡੇ ਤੇ ਮੰਡੀਕਰਨ ਖੋਇਆ ਗਿਆ, ਤੁਹਾਡੇ ਤੇ ਐਮਐਸਪੀ ਖੋਈ ਗਈ, ਤੁਹਾਡੇ ਤੇ ਸਰਕਾਰੀ ਖਰੀਦ ਖੋਈ ਗਈ। ਤੁਹਾਨੂੰ ਤਾਂ ਇੱਕ ਵਿਕਲਪ ਦਿੱਤਾ ਹੈ, ਤੁਹਾਨੂੰ ਵਿਕਲਪ ਦਿੱਤਾ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਵਿਕਲਪ ਦਿੱਤਾ ਹੈ। ਹੁਣ ਉਹਨਾਂ ਨੂੰ ਲੱਗਦਾ ਉਹ ਆਪਣੀ ਗੱਲਾਂ ਰੱਖ ਸਕਦੇ ਨੇ, ਮੈਨੂੰ ਲੱਗਦਾ ਵੀ ਉਹ ਗੱਲਾਂ ਰੱਖ ਸਕਦੇ ਆ। ਮੈਨੂੰ ਨਹੀਂ ਲੱਗਦਾ ਵੀ ਸਾਡੇ ਕਾਨੂੰਨਾਂ 'ਚ ਕੋਈ ਗਲਤ ਹੈ। ਜੇ ਕੋਈ ਗਲਤ ਵੀ ਹੋਊਗਾ ਜਾਂ ਉਹਨਾਂ ਨੂੰ ਕੋਈ ਸ਼ੰਕਾ ਵੀ ਹੋਈ ਤਾਂ ਅਸੀਂ ਸ਼ੋਧ ਕਰਨ ਨੂੰ ਤਿਆਰ ਹਾਂ। ਤੁਸੀਂ ਕਹਿ ਰਹੇ ਹੋ ਕਿ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਸਮੁੱਚੀਆਂ ਸਿਆਸੀ ਪਾਰਟੀਆਂ ਪਿੰਡਾਂ ਦੇ ਵਿੱਚ ਰੈਲੀਆਂ ਕਰ ਰਹੀਆਂ, ਪਿੰਡਾਂ ਦੇ ਵਿੱਚ ਲੋਕਾਂ ਨਾਲ ਤਾਲਮੇਲ ਕਰ ਰਿਹਾ, ਪਰ ਬੀਜੇਪੀ ਕਿਤੇ ਪਿੰਡਾਂ ਦੇ ਵਿੱਚ ਨਜ਼ਰ ਨਹੀਂ ਆ ਰਹੀ, ਆਪਣੇ ਦਫ਼ਤਰਾਂ ਦੇ ਵਿੱਚ ਹੀ ਮੀਟਿੰਗਾਂ ਕਰ ਰਹੀ ਆ। ਤੁਸੀਂ ਮੇਰੇ ਨਾਲ ਚੱਲਿਓ, ਮੈਂ ਤੁਹਾਨੂੰ ਜਿਸ ਦਿਨ ਤੁਹਾਡਾ ਸਮਾਂ ਲੱਗਿਆ ਮੇਰੇ ਨਾਲ ਆਇਓ, ਨਾਲ ਤੁਹਾਨੂੰ ਪਿੰਡਾਂ 'ਚ ਵੀ ਲੈ ਕੇ ਜਾਵਾਂਗਾ। ਪ੍ਰਤਾਪ ਜੀ, ਸਾਰਾ ਦਿਨ ਮੈਂ ਪਿੰਡਾਂ ਦੇ ਵਿੱਚ ਹੀ ਰਹਿਣਾ, ਕਦੀ ਕੋਈ ਮੀਟਿੰਗ ਨਹੀਂ ਦੇਖਿਆ, ਇੱਥੋਂ ਤੱਕ ਕਿ ਮੈਂ ਤੁਹਾਡਾ ਝੰਡਾ ਵੀ ਕਿਤੇ ਡੰਡਾ ਵੀ ਨਹੀਂ ਦੇਖਿਆ ਵੀ ਅਜੇ ਤੱਕ ਗੱਡਿਆ ਹੋਵੇ। ਇਹੀ ਗੱਲ, ਇਹੀ ਮਾਨਸਿਕਤਾ, ਇਹੀ ਸੋਚ ਜਿਹੜੀ ਤੁਸੀਂ ਕਹਿੰਦੇ ਹੋ, ਇਸੀ ਸੋਚ ਨੂੰ ਬਦਲਣਾ ਹੈ। ਤੁਸੀਂ ਮੇਰੇ ਨਾਲ ਚੱਲਿਓ, ਮੈਂ ਤੁਹਾਨੂੰ ਝੰਡੇ ਵੀ ਦਿਖਾਵਾਂਗਾ, ਤੁਹਾਨੂੰ ਡੰਡੇ ਵੀ ਦਿਖਾਵਾਂਗਾ, ਤੁਹਾਨੂੰ ਬੰਦੇ ਵੀ ਦਿਖਾਵਾਂਗਾ। ਤੁਸੀਂ ਕਿਸੇ ਟਾਈਮ, ਮੈਂ ਕਹਿੰਦਾ ਵੀ ਹੁਣ ਅਸੀਂ ਨੇ ਮਾਤਰ ਮਹੀਨੇ ਪਹਿਲਾਂ ਦੀ ਗੱਲ ਹੈ, ਇੱਕ ਕਿਸਾਨ ਆਪਣਾ ਨਸ਼ੇ ਨੂੰ ਲੈ ਕੇ ਸੀਐਮ ਦਾ ਘਰਾਵ ਕੀਤਾ। ਮੈਂ ਕਹਿੰਦਾ ਉਹਦੇ ਵਿੱਚ 4000 ਯੁਵਾ ਸ਼ਾਮਲ ਤੇ। ਮੈਨੂੰ ਨਹੀਂ ਲੱਗਦਾ ਉਹ ਕਿਤੇ ਬਾਹਰ ਦੇ ਤੇ
ਉਹ ਸਾਰੇ ਪੰਜਾਬ ਦੇ ਯੁਵਾ ਤੇ ਪੰਜਾਬ ਦਾ ਨੌਜਵਾਨ ਖੜਾ ਤਾ। ਜਿੱਡਾ ਬੜਾ ਪ੍ਰੋਟੈਸਟ ਅਸੀਂ ਨੇ ਕੀਤਾ ਉਹਨਾਂ ਦੇ ਖਿਲਾਫ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੀਤਾ ਹੋਊਗਾ। ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਆਪਣਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ? ਨੌਜਵਾਨਾਂ ਦੇ ਵਿੱਚ ਉਹ ਵੀ ਨੌਜਵਾਨ ਹੋਣਗੇ ਜਿਹੜੇ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਦੇ ਨਾਲ। ਸ਼ਾਇਦ ਉਸ ਟਾਈਮ ਤੇ ਤੁਸੀਂ ਕਿਸਾਨਾਂ ਦੇ ਨਾਲ ਖਲੋਤੇ, ਅੱਜ ਤੁਹਾਡੇ ਨਾਲ 4000 ਨਹੀਂ 4 ਲੱਖ ਨੌਜਵਾਨ ਹੋ ਸਕਦਾ ਸੀ ਖੜਾ ਹੁੰਦਾ। ਮੈਂ ਤੁਹਾਡੀ ਗੱਲ ਨੂੰ ਬਿਲਕੁਲ ਜਾਇਜ਼ ਮੰਨਦਾ ਹਾਂ ਤੇ ਕਹਿੰਦਾ ਵੀ ਹਾਂ। ਤੁਸੀਂ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਯੁਵਾ ਮੋਰਚਾ ਦੇ ਪੰਜਾਬ ਦੇ ਆਗੂ ਹੋ, ਲੱਖਾਂ ਨੌਜਵਾਨ ਖੜ ਸਕਦਾ ਜੀ ਨੌਜਵਾਨਾਂ ਦੇ ਇਸ ਹੱਕ ਦੇ ਵਿੱਚ ਖਲੋਤੇ ਤੁਸੀਂ। ਨਹੀਂ, ਅਸੀਂ ਹੱਕਾਂ ਵਿੱਚ ਖਲੋਤੇ ਹਾਂ। ਅਸੀਂ ਤਾਂ ਕਿਸਾਨਾਂ ਦੀ ਆਏ 2 ਗੁਣਾ ਕਰ ਰਹੇ ਹਾਂ। ਪਰ ਕਿਸਾਨ ਕਹਿੰਦੇ ਸਾਡੇ ਹੱਕ ਮਾਰ ਰਹੇ ਆ ਤੁਸੀਂ। ਅਸੀਂ ਤਾਂ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਪਾ ਰਹੇ ਹਾਂ। ਕਿ ਕਿਸੇ ਸਰਕਾਰ ਨੇ ਪਾਇਆ? MSP ਜੱਦੀ ਕਾਂਗਰਸ ਸਰਕਾਰ ਤੀ, ਇਹ ਤੁਸੀਂ 60 ਸਾਲਾਂ ਦੇ ਅੰਦਰ 1300 ਤੱਕ ਲੈ ਕੇ ਗਏ। ਸਰਕਾਰਾਂ ਦਾ ਹੱਕ ਬਣਦਾ ਹੁੰਦਾ ਸਰ, ਸਰਕਾਰਾਂ ਦਾ ਹੱਕ ਬਣਦਾ ਆ, ਭਾਵੇਂ ਕਿਸਾਨ ਆ ਭਾਵੇਂ ਗਰੀਬ, ਉਹਦੀ ਸੁਣਨੀ। ਹੁਣ ਤੁਸੀਂ BJP ਨਹੀਂ ਪਾ ਰਹੀ, ਸਰਕਾਰ ਪਾ ਰਹੀ। ਹੁਣ ਤੁਸੀਂ ਇੱਕ ਇਹਦੇ ਵਿੱਚ ਲਾਈਨ ਚਲਾਣੀ ਹੈ ਵੀ ਅਸੀਂ ਯੁਵਾ ਮੋਰਚੇ ਦੇ ਸਾਥੀ ਨੂੰ ਜਾਂ ਯੁਵਾ ਮੋਰਚੇ ਦੇ ਅਧਿਕਸ਼ ਨੂੰ ਪਰ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਫੇਰ ਦੱਸਣਾ ਚਾਹੂੰਗਾ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਅਸੀਂ 1300 ਤੇ ਲੈ ਕੇ ਅੱਜ 1900 ਯਾਨੀ 72 ਰੁਪਏ ਹੋਰ MSP ਪਾਈ ਹੈ। ਅਸੀਂ ਨੇ ਖਰੀਦ ਵਧਾਈ ਹੈ। ਅਸੀਂ ਉਹਨਾਂ ਦੇ ਖਾਤੇ 'ਚ 2-2000 ਰੁਪਏ ਪਾਇਆ। ਜੇ ਕਮਿਊਨਿਸਟ ਜਾਂ ਕਾਂਗਰਸੀ ਝੰਡੇ ਹੇਠ ਕਿਸਾਨੀ ਝੰਡੇ ਹੇਠ ਗੁੰਡਾਗਰਦੀ ਕਰੋਗੇ ਤਾਂ ਕਿ ਅਸੀਂ ਸਹਿ ਲਾਂਗੇ? ਕਿਆ ਨਾਰੰਗ ਦੇ ਕੱਪੜੇ ਪਾੜਨਾ ਉਹ ਸਹੀ ਹੈ? ਉਹ ਤੁਸੀਂ ਸਹੀ ਕਹਿੰਦੇ ਹੋ? ਮੀਡੀਆ ਸਹੀ ਕਹਿੰਦੀ ਹੈ ਵੀ ਉਹ ਬਿਲਕੁਲ ਗਲਤ ਆ ਕਿਸੇ ਲੀਡਰ ਨਾ। ਦੂਸਰੀ ਗੱਲ ਕਿਆ ਹੈ, ਤੁਸੀਂ ਅੱਜ ਪੰਜਾਬ ਦੇ ਵਿੱਚ ਗੈਂਗ ਉੱਥੇ ਆਪਣੇ ਮੋਹਾਲੀ ਦੇ ਵਿੱਚ ਮੈਨੂੰ ਲੱਗਦਾ ਹੈ ਅਕਾਲੀ ਦਲ ਦੇ ਉਹਦਾ ਅੱਜ ਉਹ ਕਰਤੇ ਆ ਗੋਲੀਆਂ ਮਾਰ ਕੇ ਕਤਲ ਕਰ। ਤੁਸੀਂ ਦੱਸੋ ਇਹ ਲੋਕਤੰਤਰ ਹੈ? ਇਹ ਕਿਆ ਹਾਲਾਤ ਪੈਦਾ ਕੀਤੇ ਆ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ? ਤੁਸੀਂ ਕਿਹਦੀ ਗੱਲ ਕਰਦੇ ਹੋ? ਇਸੀ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਅੱਜ ਖੜਾ ਹੋ ਕੇ ਕਹਿੰਦਾ ਅਸੀਂ 3 ਰੁਪਏ 4 ਰੁਪਏ ਬਿਜਲੀ ਦੇ ਦਾਂਗੇ। ਤੂੰ ਅੱਜ ਤੇਰੀ ਸਰਕਾਰ ਹੈ, ਦੇ ਤੇਰੇ 5 ਮਹੀਨੇ ਪਏ ਆ। ਸਾਥੀ ਰਿਹਾ, BJP ਦਾ ਸਾਥੀ ਰਿਹਾ ਨਵਜੋਤ ਸਿੰਘ ਸਿੱਧੂ ਵੀ। ਉਹਨੇ ਮਾਂ ਦੀ ਕਸਮ ਖਾਈ, ਉਹਨੇ ਪਤਾ ਨਹੀਂ ਕਿੰਨੀ ਮਾਂ ਬਦਲਣੀਆਂ ਹੁਣ ਤੱਕ। ਉਹ ਪਹਿਲਾਂ ਕਹਿੰਦਾ ਤਾਂ ਭਾਰਤੀ ਜਨਤਾ ਪਾਰਟੀ ਮੇਰੀ ਮਾਂ ਹੈ। ਅੱਜ ਪਤਾ ਨਹੀਂ ਹੁਣ ਉਹਨੂੰ ਪੁੱਛਿਓ ਵੀ ਕਿਹੜੀ ਮਾਂ ਦੀ ਕਸਮ ਖਾਈ ਹੈ ਉਹਨੇ, ਵੀ ਜਿਹੜਾ ਉਹਨੇ 3-4 ਰੁਪਏ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ ਉਹਨੂੰ ਪੁੱਛਿਓ ਪਹਿਲਾਂ। ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ। ਇਹ ਹਿੰਦੂ ਸਿੱਖ ਭਾਈਚਾਰੇ ਨੂੰ ਪਾੜਨ ਲੱਗੇ ਹੋਏ ਆ। 500 ਤੋਂ ਵੱਧ ਕਿਸਾਨ ਮਰੇ ਨੇ, ਮੌਤਾਂ ਹੋਈਆਂ ਦਿੱਲੀ ਦੇ ਵਿੱਚ। ਕੀ ਉਹ ਪੰਜਾਬ ਦਾ ਮਾਹੌਲ ਖਰਾਬ ਨਹੀਂ? ਉਹ ਮਾਵਾਂ ਦੇ ਪੁੱਤ ਨਹੀਂ ਸੀ ਜਿਹੜੇ ਮਰ ਗਏ ਉੱਥੇ? ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਉੱਥੇ ਜਾਣਕਾਰੀ ਲਿਓ ਵੀ ਕਿੰਨੇ ਲੋਕ ਸ਼ਹੀਦ ਹੋਏ ਨੇ। ਦੂਸਰੀ ਗੱਲ, ਮੈਨੂੰ ਲੱਗਦਾ ਤੁਹਾਨੂੰ ਜਾਣਕਾਰੀ ਠੀਕ ਨਹੀਂ ਹੈ। ਪਹਿਲੇ ਲੀਡਰ ਜਿਨ੍ਹਾਂ ਸ਼ਹੀਦ ਕਿਹਾ, BJP ਸ਼ਹੀਦ ਹੀ ਨਹੀਂ ਮੰਨਦੀ ਉਹਨਾਂ ਨੂੰ। ਮੈਂ ਦੱਸਦਾ ਤੁਸੀਂ ਪਹਿਲਾਂ ਉਹਨਾਂ ਨੂੰ ਜਾਣਕਾਰੀ ਲਿਓ। ਜਾਣਕਾਰੀ ਲੈਣ ਤੋਂ ਬਾਅਦ ਸਾਨੂੰ ਦੱਸਿਓ ਵੀ ਕਿੰਨੇ ਲੋਕ ਨੇ। ਤੇ ਦੂਸਰੀ ਗੱਲ ਕਿਆ ਹੈ, ਸਾਡੀ ਪਹਿਲਾਂ ਵੀ ਗਲਤੀ ਅੱਜ ਵੀ ਹੈ ਵੀ ਅਸੀਂ ਆਮਦਨ 2 ਗੁਣਾ ਕਰਨੀ ਹੈ। ਜੇ ਕੋਈ ਕਿਸਾਨੀ ਝੰਡੇ ਹੇਠ ਸਾਡਾ ਵਿਰੋਧ ਕਰੋਗੇ ਸਾਨੂੰ ਕੋਈ ਦਿੱਕਤ ਨਹੀਂ। ਤੁਸੀਂ ਕਹਿ ਰਹੇ ਸੋਧ ਕਰ ਰਹੇ ਆ, ਕਿਸਾਨ ਕਹਿੰਦੇ ਸਾਨੂੰ ਖੇਤੀ ਕਾਨੂੰਨ ਚਾਹੀਦੇ ਨਹੀਂ ਆ, ਸੋਧ ਅਸੀਂ ਲੈਣੀ ਨਹੀਂ। ਮੇਰੀ ਗੱਲ ਤਾਂ ਸੁਣੋ, ਕਿਸਾਨ ਕਿਹੜੇ ਕਿਸਾਨ ਹੈ? ਜਿਹੜੇ ਕਿਸਾਨ ਦਿੱਲੀ 'ਚ ਬੈਠੇ ਆ, ਜਿਹੜੇ ਕਿਸਾਨ ਇੱਥੇ। ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਕਹਿੰਦੇ ਹੋ ਕਿਸਾਨ ਇੱਕ ਕਿਸਾਨੀ ਝੰਡੇ ਹੇਠ ਜੋ ਇਹ ਅਰਾਜਕਤਾ ਦਾ ਮਾਹੌਲ ਤੁਸੀਂ ਪੰਜਾਬ ਦੇ ਇਹਨਾਂ ਨੇ ਲੋਕਾਂ ਨੇ ਪੰਜਾਬ ਦੇ ਵਿੱਚ ਫੈਲਾਇਆ ਹੈ, ਤੁਸੀਂ ਮੇਰੇ ਨਾਲ ਚੱਲੋ। ਮੈਂ ਖੁਦ ਆੜਤੀ ਹਾਂ ਮੈਂ, ਯਾਨੀ ਕਿਸਾਨ ਮੇਰੇ ਪਾ ਆਉਂਦੇ ਆ ਫਸਲ ਲੈ ਕੇ, ਕਿਸਾਨ ਮੇਰੇ ਪਾ ਆਉਂਦੇ ਫਸਲ ਲੈ ਕੇ। ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਚਲੋ ਮੇਰੇ ਨਾਲ, ਮੈਨੂੰ ਦੱਸੋ ਵੀ ਕਿਹੜੇ ਕਿਸਾਨ ਗਏ ਹੋਏ ਨੇ। ਤੁਸੀਂ ਮੈਨੂੰ ਦੱਸੋ ਨਾ। ਜੇ ਕਮਿਊਨਿਸਟ ਤੇ ਕਾਂਗਰਸੀ ਉੱਥੇ ਜਾ ਕੇ ਬੈਠ ਜੂਗੇ ਤਾਂ ਅਸੀਂ ਉਹਨਾਂ ਦੇ ਡਰਨ ਲੱਗੇ ਆ? ਅਸੀਂ ਨਹੀਂ ਡਰਨ ਲੱਗੇ। ਜਿਹੜੇ ਸਾਡੇ ਕਿਸਾਨ ਹਿਤੈਸ਼ੀ ਬਿੱਲ ਹੈ ਅਸੀਂ ਉਹਨਾਂ ਦੇ ਸਮਰਥਨ 'ਚ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਜਿੰਨਾ ਮਰਜ਼ੀ ਕਿਸਾਨੀ ਝੰਡੇ ਹੇਠ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਤੁਸੀਂ ਇਹ ਲੋਕ ਪੈਦਾ ਕਰੋਗੇ, ਅਸੀਂ ਉਹਨਾਂ ਨੂੰ ਕਦੀ ਸਫਲ। ਕਿਸਾਨ ਜਿਹੜੇ ਦਿੱਲੀ 'ਚ ਬੈਠੇ ਉਹ ਸਾਰਾ ਕਾਮਰੇਡ ਥੋੜੀ ਬੈਠਾ, ਉਹਦੇ ਵਿੱਚ ਕਿਸਾਨ ਵੀ ਬੈਠੇ ਆ। ਜ਼ਰੂਰ ਮੰਨਦੇ ਆ ਕਿ ਕੁਝ ਆਗੂ ਬੈਠੇ ਹੋਣਗੇ, ਪਰ ਲੱਖਾਂ ਕਿਸਾਨ ਸਾਰਾ ਪੰਜਾਬ ਕਾਮਰੇਡ ਥੋੜੀ ਹੋ ਗਿਆ। ਨਹੀਂ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਿਹੜੇ ਲੱਖਾਂ ਕਿਸਾਨ ਇਹਦੇ ਸਮਰਥਨ 'ਚ ਹੈ, ਕਿਆ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਮੰਨਦੇ? ਤੁਸੀਂ ਉਹਨਾਂ ਨੂੰ ਕਿਸਾਨ ਮੰਨਦੇ ਹੋ ਨਹੀਂ ਮੰਨਦੇ? ਤੁਹਾਡੀ ਮੀਡੀਆ ਕਿਸਾਨ ਮੰਨਦੀ ਹੈ ਨਹੀਂ ਮੰਨਦੀ? ਕਿਸਾਨ ਮੰਨਦੀ ਐ। ਅਸੀਂ ਉਹ ਕਿਸਾਨ ਨੇ, ਜਿਹੜੇ ਸਮਰਥਨ ਨੇ ਤਾਂ ਹੀ ਆਪਣੇ ਹੱਕਾਂ ਵਾਸਤੇ ਦਿੱਲੀ 'ਚ ਬੈਠੇ। ਦੋ ਗੱਲਾਂ ਨਾ। ਤੁਸੀਂ ਪਹਿਲਾਂ ਇਹ ਦੱਸੋ, ਜਿਹੜੇ ਕਿਸਾਨ ਸਮਰਥਨ 'ਚ ਹੈ ਉਹ ਕਿਸਾਨ ਨਹੀਂ ਹੈ? ਕਿਸਾਨ ਸਮਰਥਨ 'ਚ ਨਹੀਂ ਹੈ? ਕਿਸਾਨ ਸਮਰਥਨ 'ਚ ਵੀ ਹੈ। ਕੁਝ ਸ਼ਰਾਰਤੀ ਲੋਕ ਇਹਨਾਂ ਦੇ ਬਰਖਲਾਫ ਵੀ ਹੈ। ਹਾਂਜੀ, ਹੁਣ ਤੁਹਾਡੇ ਖੁਦ ਦੇ ਬੰਦੇ ਵੀ ਜਿਹੜੇ ਵਿਰੋਧ ਕਰਨ ਲੱਪੇ ਖੇਤੀ ਕਾਨੂੰਨਾਂ ਦਾ। ਜੋਸ਼ੀ ਸਾਹਿਬ ਨੇ ਜਿਹੜਾ ਸੀ ਉਹ ਵਿਰੋਧ ਕੀਤਾ ਸੀ, ਉਹਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ। ਦੇਖੋ, ਇਹ ਜਿਹੜਾ ਵਿਸ਼ੇ ਹੈ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਅਸ਼ਵਨੀ ਸ਼ਰਮਾ ਜੀ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦੇ ਆ। ਤੁਸੀਂ ਵੀ ਯੂਥ ਦੇ ਪੰਜਾਬ ਪ੍ਰਧਾਨ ਹੋ, ਤੁਹਾਡੇ ਕੋਲ ਵੀ ਜਵਾਬ ਹੈਗਾ। ਮੇਰੀ ਗੱਲ ਸੁਣ ਲਓ, ਪਹਿਲੀ ਗੱਲ, ਮੇਰੇ ਅਧਿਕਾਰ ਖੇਤਰ 'ਚ ਨਹੀਂ ਆਂਦਾ ਵੀ ਮੈਂ ਕਿਸੇ ਨੂੰ ਬਾਹਰ ਕੱਢ ਦਵਾਂ, ਕਿਸੇ ਨੂੰ ਅੰਦਰ ਲਿਆਵਾਂ। ਇਹ ਜੇ ਸ਼ਬਦ ਤੁਸੀਂ ਮੈਨੂੰ ਲੱਗਦਾ ਅੰਦਰ ਇੰਟਰਵਿਊ ਲੈਣ ਜਾਣਾ ਹੀ ਹੈ, ਉਹਨਾਂ ਨੂੰ ਜ਼ਰੂਰ ਪੁੱਛਿਓ ਤੇ ਉਹ ਤੁਹਾਨੂੰ ਦੱਸਣਗੇ ਕਿਆ ਕਾਰਨ ਤੇ ਕਿਸ ਸਥਿਤੀ ਦੇ ਅਨੁਕੂਲ ਉਹਨਾਂ ਨਾਲ ਹੋਇਆ। ਤੁਸੀਂ ਕਹਿ ਰਹੇ ਹੋ ਕਿ ਮੈਂ ਵੀ ਕਿਸਾਨ ਹਾਂ, ਜੋਸ਼ੀ ਸਾਹਿਬ ਵੀ ਕਹਿੰਦੇ ਕਿ ਮੈਂ ਵੀ ਕਿਸਾਨ ਹਾਂ, ਮੈਨੂੰ ਵੀ ਪਤਾ ਵੀ ਖੇਤੀ ਕਿਸ ਤਰੀਕੇ ਦੇ ਨਾਲ ਹੁੰਦੀ ਆ, ਮੈਨੂੰ ਕਿਸਾਨਾਂ ਦਾ ਦਰਦ ਆ, ਬਾਕੀਆਂ ਨੂੰ ਦਰਦ ਨਹੀਂ ਹੈਗਾ। ਜੇ ਜੋਸ਼ੀ ਸਾਹਿਬ ਨੂੰ ਦਰਦ ਆਇਆ ਤਾਂ ਭਰਾ ਮੇਰੇ, ਮੈਨੂੰ ਇੰਨਾ ਪਤਾ ਹੈ। ਹੁਣ ਜਦ ਇੰਟਰਵਿਊ ਆਉਂਦੀ ਉਹਦੇ ਨੀਚੇ ਕਮੈਂਟ ਆਉਂਦੇ ਆ,
ਇਹਨੂੰ ਪਤਾ ਨਹੀਂ ਕਿੱਲੇ 'ਚ ਕਿੰਨੇ ਬਿੱਗੇ ਹੋਣੇ ਹੈ, ਇਹਨੂੰ ਪਤਾ ਨਹੀਂ ਕਿੱਲੇ ਦੇ ਵਿੱਚ ਕਿੰਨੇ ਵਿਸਵੇ ਹੋਣੇ ਹੈ। ਪੌਣੇ 5 ਬਿੱਗੇ ਸਾਡੇ ਕੰਨੀ ਕਿੱਲੇ ਦਾ ਹੈ, ਠੀਕ ਹੈ। ਝੋਨਾ ਅਸੀਂ ਬੀਜਿਆ ਹੈ, ਠੀਕ ਹੈ ਜੀ। ਤੀਸਰੀ ਗੱਲ ਕੀ ਹੈ, ਜੇ ਤੁਸੀਂ ਕਹੋਗੇ ਉਹਦੇ ਵਿੱਚ ਕਦ ਯੂਰੀਆ ਪੈਂਦਾ ਹੈ, ਕਿਹੜੀ ਦਵਾਈ ਕਦ ਪੈਂਦੀ ਹੈ, ਕਿਹੜੀ ਟਰੈਕਟਰ ਨਾਲ ਖੇਤੀ ਹੁੰਦੀ ਹੈ ਤੇ ਕਦ ਹੁੰਦੀ ਹੈ, ਕਦੋਂ ਮਾ ਤੇਲਾ ਪੈਂਦਾ ਹੈ, ਕਦੋਂ ਮਾ ਜੋ ਵੀ ਜੇ ਤੁਸੀਂ ਪੁੱਛਣਾ ਚਾਹੋਗੇ ਉਹ ਵੀ ਮੈਂ ਦੱਸ ਦਾਂਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਅਸੀਂ ਤਾਂ ਕਿਵੇਂ ਅੜਦੀਆਂ ਤੁਹਾਨੂੰ ਪਤਾ ਹੋਏ। ਨਹੀਂ, ਮੈਂ ਕਿਸਾਨ ਵੀ ਹਾਂ, ਮੈਂ ਕਿਸਾਨ ਵੀ ਹਾਂ, ਤੁਹਾਨੂੰ ਆ ਵੀ ਦੱਸਦਾ ਮੈਂ ਕਿਸਾਨ ਵੀ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਨੂੰਨ ਜਿਹੜੇ ਘਾਤਕ ਹੈਗੇ ਤੁਹਾਡੇ ਵਾਸਤੇ? ਨਹੀਂ ਲੱਗਦਾ, ਬਿਲਕੁਲ ਨਹੀਂ ਲੱਗਦਾ। ਆਪਾਂ ਪਿੰਡਾਂ ਦੇ ਵਿੱਚ ਜਾਂਦੇ ਕਿਉਂ ਨਹੀਂ ਆ? ਕਿਸਾਨਾਂ ਨੂੰ ਜਾ ਕੇ ਅਵੇਅਰ ਕਿਉਂ ਨਹੀਂ ਕਰਦੇ? ਤੁਸੀਂ ਮੇਰੇ ਨਾਲ ਚੱਲੋ ਨਾ। ਮੈਂ ਨਹੀਂ ਜਾਊਂਗਾ, ਤੁਸੀਂ ਤਾਂ ਜਾਓ, ਤੁਸੀਂ ਤਾਂ ਮੀਟਿੰਗਾਂ ਕਰੋ ਨਾ, ਮੈਂ ਜਾਊਂਗਾ। ਤੁਸੀਂ ਆਓ ਮੇਰੇ ਏਰੀਏ 'ਚ, ਅੰਮ੍ਰਿਤਸਰ 'ਚ ਕਰੋ ਪਿੰਡਾਂ 'ਚ ਮੀਟਿੰਗਾਂ, ਮੈਂ ਜਾਊਂਗਾ। ਮੈਂ ਬਿਲਕੁਲ ਚੱਲਾਂਗਾ। ਤੁਸੀਂ ਦੇਖਾਂਗੇ ਕਿਸਾਨ ਤੁਹਾਡੇ ਨਾਲ ਕਿਸ ਤਰ੍ਹਾਂ ਐਕਸੈਪਟ ਮੇਰੀ ਗੱਲ ਕਰਦੇ। ਤਾਂ ਸੁਣ ਲਓ। ਅੱਜ ਮੈਂ ਅੰਮ੍ਰਿਤ ਸ਼ਹਿਰੀ ਦੀ ਮੀਟਿੰਗ ਕਰਨ ਆਇਆ ਹਾਂ। ਅੰਮ੍ਰਿਤ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਹੈ। ਤੂੰ ਮੇਰੇ ਨਾਲ ਅੰਮ੍ਰਿਤਸਰ ਰੂਰਲ 'ਚ ਚੱਲਣੀ, ਮੈਂ ਤੈਨੂੰ ਉੱਥੇ ਵੀ ਘੁਮਾ ਕੇ ਲੈ ਕੇ ਆਵਾਂਗਾ। ਹੁਣ ਅਨਿਲ ਜੋਸ਼ੀ ਹੋਣਾ ਵੱਲੋਂ ਜਾਂ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਵੱਲੋਂ, ਤਾਂ ਹੁਣ ਉਹਨਾਂ ਦੀ ਜਗ੍ਹਾ ਤੇ ਕਿਸ ਜਿਹੜੀ ਆ ਟਿਕਟ ਦਿੱਤੀ ਜਾ ਰਹੀ ਹੈ ਬੀਜੇਪੀ ਵੱਲੋਂ? ਮੈਨੂੰ ਲੱਗਦਾ ਹੈ ਵੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਇਹ ਅਸ਼ਵਨੀ ਸ਼ਰਮਾ ਜੀ ਤੁਹਾਨੂੰ ਫੇਰ ਚੰਗੀ ਤਰ੍ਹਾਂ ਦੱਸ ਸਕਦੇ ਆ। ਪਰ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ, ਮੀਡੀਆ ਦਾ ਕੰਮ, ਠੀਕ ਹੈ, ਚੰਗੇ ਨੂੰ ਚੰਗਾ ਕਹਿਣ ਦਾ ਹੈ, ਚੰਗੇ ਨੂੰ ਚੰਗਾ ਕਹਿਣ ਦਾ ਹੈ। ਜੇ ਤੁਸੀਂ ਕਹੋਗੇ ਨਾ ਵੀ ਇਹ ਕਾਨੂੰਨ ਖਿਲਾਫ ਹੈ, ਇਹ ਕਾਨੂੰਨ, ਤੁਸੀਂ ਦੱਸੋ ਨਾ ਕਿਆ ਖਿਲਾਫ ਹੈ। ਕਿਸਾਨ ਕਹਿ ਰਿਹਾ, ਕਿਸਾਨਾਂ ਦੀ ਗੱਲ ਕਰ ਰਿਹਾ, ਮੈਂ ਕਿਸਾਨਾਂ ਦੀ ਗੱਲ ਕਰ ਰਿਹਾ। ਹਰ ਜਿਹੜਾ ਸਵਾਲ ਕੀਤਾ ਮੈਂ ਉਹ ਗੱਲ ਕਿਸਾਨਾਂ ਦੀ ਕਹਿ ਰਿਹਾ। ਕਿਸਾਨ ਕਹਿ ਰਹੇ ਸਾਡੇ ਵਾਸਤੇ ਘਾਤਕ, ਮੈਂ ਨਹੀਂ ਕਹਿ ਰਿਹਾ। ਮੈਂ ਤਾਂ ਤੁਹਾਨੂੰ ਫੇਰ ਕਹਿ ਰਿਹਾ ਹਾਂ, ਮੈਂ ਵੀ ਕਿਸਾਨ ਹੈ, ਇਹ ਕਿਸਾਨਾਂ ਦੇ ਹੱਕ 'ਚ ਹੈ। ਮੈਂ ਤਾਂ ਜੇ ਤੁਸੀਂ ਕਹਿੰਦੇ ਹੋ ਲਿਖ ਕੇ ਦੇਣਾ, ਲਿਖ ਕੇ ਦੇ ਦਾਂਗੇ। ਇਹ ਕਿਸਾਨਾਂ ਦੇ ਹੱਕ 'ਚ ਹੈ ਔਰ ਅਸੀਂ ਇਸੇ ਤਰ੍ਹਾਂ ਇਹੀ ਕਾਨੂੰਨਾਂ ਨੂੰ ਲੈ ਕੇ ਪਿੰਡਾਂ 'ਚ ਜਾਵਾਂਗੇ। ਸੋ ਇਹ ਸਨ ਭਾਰਤੀ ਜਨਤਾ ਪਾਰਟੀ ਯੂਥ ਆਗੂ ਪੰਜਾਬ, ਜਿਨ੍ਹਾਂ ਦੇ ਵੱਲੋਂ ਅੱਜ ਜਿਹੜੀ ਆ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ, 22 ਦੀਆਂ ਚੋਣਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਕਹਿਣਾ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਇਹਨਾਂ ਦੇ ਵਿੱਚ ਸੋਧ ਕਰ ਦਿੱਤੀ ਜਾਊਗੀ, ਪਰ ਕਿਸਾਨਾਂ ਦੇ ਵਾਸਤੇ ਘਾਤਕ ਨਹੀਂ, ਕਿਸਾਨਾਂ ਦੇ ਵਾਸਤੇ ਲਾਹੇਵੰਦ ਹਨ। ਕੈਮਰਾਮੈਨ ਅਚਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।